कहंदे बीबी ਇਹ तू अपनी धरती ਦੇ ਉੱਤੇ नहीं घूम रही है, ਇਹ परलोक ਦਾ सफ़र तय कर रही है। ਇੱਥੇ ਤਾਂ अपने जीवन ਵਿੱਚ खट के घाल के दरगाह वास्ते कुछ जमा किया है तोसा ਉਹੀ मिलना है। जद बीजिया ही नहीं है फिर इत्थे नहीं मिलता। इत्थे तां ਉਹੀ चीज़ मिलनी है ਜਿਹੜੀ तू संसार ਦੇ ਵਿੱਚ बीजी है, सैकड़ों गुना हो के फलनी है। साध संगत जी, ਅੱਜ ਦੀ ਇਹ ਸਾਖੀ ਸੁਣ ਕੇ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜੋ ਕੁਝ ਵੀ ਅਸੀਂ ਆਪਣੇ ਜੀਵਨ ਵਿੱਚ ਕਰਮ ਕਰਦੇ ਹਾਂ, ਜੋ ਬੀਜਦੇ ਹਾਂ, ਉਹੀ ਸਾਨੂੰ ਅੱਗੇ ਦਰਗਾਹ ਵਿੱਚ ਜਾ ਕੇ ਮਿਲਣਾ ਹੈ। ਇੱਕ ਵਾਰੀ ਇੱਕ ਬੀਬੀ ਗੁਰਦੁਆਰੇ ਜਾ ਰਹੀ ਸੀ। ਰਸਤੇ ਵਿੱਚ ਉਹਨੂੰ ਇੱਕ ਹੋਰ ਬੀਬੀ ਮਿਲੀ। ਉਹ ਪੋਟਲੀਆਂ ਬੰਨੀ ਜਾਂਦੀ ਹੈ। ਕਿਸੇ 'ਚ ਦਾਲ ਬੰਨੀ ਹੋਈ ਹੈ, ਕਿਸੇ 'ਚ ਲੂਣ ਬੰਨਿਆ ਹੋਇਆ ਹੈ, ਕਿਤੇ ਮਿਰਚਾਂ ਨੇ ਤੇ ਕਿਤੇ ਮਿੱਠਾ ਹੈ ਤੇ ਕਿਤੇ ਆਟਾ ਹੈ। ਪਹਿਲੀ ਵਾਲੀ ਬੀਬੀ ਨੇ ਪੁੱਛਿਆ, ਭੈਣ ਤੂੰ ਇਹ ਬੜੀਆਂ ਪੋਟਲੀਆਂ ਬੰਨੀਆਂ ਨੇ? ਕਹਿਣ ਲੱਗੀ, ਮੇਰੀ ਗੱਲ ਸੁਣਨੀ ਹਾਂ ਤਾਂ ਬੈਠ ਜਾਓ। ਘਾਹ ਸੀਗਾ, ਉਹਦੇ ਉੱਤੇ ਬੈਠ ਗਈਆਂ। ਕਹਿਣ ਲੱਗੀ, ਮੈਂ ਚੜ੍ਹਾਈ ਕਰ ਗਈ ਸੀ। ਚੜ੍ਹਾਈ ਕਰਕੇ ਜਦੋਂ ਮੈਨੂੰ ਲਿਜਾ ਰਹੇ ਸੀ ਪਰਲੋਕ ਨੂੰ, ਐਸਾ ਰਸਤਾ ਆਇਆ ਤੇ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪ੍ਰਾਣ ਖੁਸ਼ਕ ਹੁੰਦੇ ਜਾਂਦੇ ਸੀ। ਮੈਂ ਕਿਹਾ, ਭਾਈ ਮੈਨੂੰ ਪਾਣੀ ਤਾਂ ਪਿਲਾ ਦਿਓ। ਕਹਿੰਦੀ, ਮੈਨੂੰ ਮਾਰਨ ਕੁੱਟਣ ਵਾਲੇ ਨਹੀਂ ਸੀ ਲੈਣ ਆਏ। ਦੋ ਤਰ੍ਹਾਂ ਦੇ ਆਉਂਦੇ ਨੇ, ਇੱਕ ਤਾਂ ਗਾਈਡ ਹੁੰਦੇ ਨੇ, ਉਹ ਤਾਂ ਲੈ ਜਾਂਦੇ ਨੇ ਇਸ ਰੂਹ ਨੂੰ ਆਰਾਮ ਦੇ ਨਾਲ ਹੀ। ਦੂਸਰੇ ਹੁੰਦੇ ਨੇ ਜਮਦੂਤ, ਉਹਨਾਂ ਵਾਸਤੇ ਜਿਨ੍ਹਾਂ ਨੇ ਸੰਸਾਰ 'ਚ ਆ ਕੇ ਗਲਤ ਕੰਮ ਕਰੇ ਨੇ, ਦੂਸਰਿਆਂ ਨੂੰ ਦੁੱਖ ਦਿੱਤਾ ਹੈ, ਦੂਸਰਿਆਂ ਦੀਆਂ ਜਾਇਦਾਦਾਂ ਦੱਬੀਆਂ ਨੇ, ਦੂਸਰਿਆਂ ਦੀਆਂ ਚੁਗਲੀਆਂ ਕੀਤੀਆਂ ਨੇ, ਦੂਸਰਿਆਂ ਦੇ ਨੁਕਸਾਨ ਕੀਤੇ ਨੇ। ਉਹ ਜਿਹੜੇ ਪ੍ਰੇਮੀ ਹੁੰਦੇ ਨੇ, ਉਹ ਜਦੋਂ ਸੰਸਾਰ ਤੋਂ ਜਾਂਦੇ ਨੇ ਕੂਕਾਂ ਮਾਰਦੇ ਜਾਂਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਸਹੀ ਜੀਵਨ ਬਤੀਤ ਕਰਦੇ ਨੇ, ਕਿਸੇ ਦਾ ਨੁਕਸਾਨ ਨਹੀਂ ਕੀਤਾ ਹੁੰਦਾ, ਕਮਾਈ ਕਰਕੇ ਆਪਣਾ ਪ੍ਰਸ਼ਾਦ ਪਾਣੀ ਛਕਦੇ ਨੇ, ਲੇਕਿਨ ਕੋਈ ਰੂਹਾਨੀ ਕੰਮ ਨਹੀਂ ਕਰਿਆ ਹੁੰਦਾ ਜਿਹਦੇ ਨਾਲ ਪਰਲੋਕ ਸਵਰ ਜਾਏ। ਉਹਨਾਂ ਨੂੰ ਗਾਈਡ ਲੈਣ ਵਾਸਤੇ ਆਇਆ ਕਰਦੇ ਨੇ। ਉਹ ਆਰਾਮ ਨਾਲ ਚਲੇ ਜਾਂਦੇ ਨੇ, ਰਸਤਾ ਦੱਸੀ ਜਾਂਦੇ ਨੇ, ਲੈਣ ਦੇਣ ਨੂੰ ਕੁਝ ਨਹੀਂ ਹੁੰਦਾ ਉਹਨਾਂ ਦੇ ਕੋਲ। ਉਹ ਬੀਬੀ ਉਹਨਾਂ ਨੂੰ ਕਹਿਣ ਲੱਗੀ, ਵੀਰਾ ਮੈਨੂੰ ਤਾਂ ਬੜੀ ਪਿਆਸ ਲੱਗੀ ਹੋਈ ਹੈ, ਮੈਨੂੰ ਪਾਣੀ ਪਿਲਾ ਦਿਓ। ਪਾਣੀ ਆ ਗਿਆ। ਜਿਹੜੇ ਬਰਤਨ ਨੂੰ ਮੈਂ ਹੱਥ ਲਾਵਾਂ ਪਾਣੀ ਸੁੱਕ ਜਾਵੇ। ਮੈਂ ਕਿਹਾ, ਭਾਈ ਆ ਕੀ ਹੋ ਰਿਹਾ ਹੈ? ਜਿਹੜੇ ਬਰਤਨ ਨੂੰ ਮੈਂ ਫੜਦੀ ਹਾਂ ਪਾਣੀ ਸੁੱਕ ਜਾਂਦਾ ਹੈ। ਕਹਿੰਦੇ, ਬੀਬੀ ਇਹ ਤੂੰ ਆਪਣੀ ਧਰਤੀ ਉੱਤੇ ਨਹੀਂ ਘੁੰਮ ਰਹੀ ਹੈ, ਇਹ ਪਰਲੋਕ ਦਾ ਸਫ਼ਰ ਤੈਅ ਕਰ ਰਹੀ ਹੈ। ਇੱਥੇ ਤਾਂ ਜੋ ਤੂੰ ਆਪਣੇ ਜੀਵਨ ਵਿੱਚ ਖੱਟ ਕੇ ਘਾਲ ਕੇ ਦਰਗਾਹ ਵਾਸਤੇ ਕੁਝ ਜਮਾ ਕੀਤਾ ਹੈ ਤੋਸਾ, ਉਹੀ ਮਿਲਣਾ ਹੈ। ਤੂੰ ਕਦੀ ਪਿਆਸੇ ਨੂੰ ਪਾਣੀ ਪਿਲਾਇਆ ਹੈ? ਕਹਿੰਦੀ, ਨਾ ਵੀਰਾ ਮੈਂ ਤਾਂ ਕਦੀ ਕਿਸੇ ਨੂੰ ਨਹੀਂ ਪਿਲਾਇਆ। ਕਹਿੰਦੇ, ਫਿਰ ਇੱਥੇ ਨਹੀਂ ਮਿਲਣਾ। ਐਨੀ ਨੂੰ ਕਹਿਣ ਲੱਗੇ ਕਿ ਮੈਨੂੰ ਭੁੱਖ ਲੱਗੀ ਹੈ। ਖਾਣਿਆਂ ਦੇ ਥਾਲ ਆ ਗਏ। ਜਿਹੜੇ ਥਾਲ ਨੂੰ ਹੱਥ ਪਾਵੇ ਉਹੀ ਉੱਚਾ ਉੱਠ ਜਾਵੇ। ਕਹਿਣ ਲੱਗੀ, ਭਾਈ ਇਹ ਕੀ ਹੋ ਰਿਹਾ ਹੈ? ਥਾਲ ਵੀ ਮੇਰੇ ਹੱਥ ਵਿੱਚ ਨਹੀਂ ਆ ਰਹੇ। ਕਹਿੰਦੇ, ਬੀਬੀ ਤੂੰ ਕਦੇ ਭੁੱਖੇ ਨੂੰ ਅੰਨ ਛਕਾਇਆ ਹੈ, ਪ੍ਰਸ਼ਾਦਾ ਛਕਾਇਆ ਹੈ? ਕਹਿੰਦੀ, ਨਹੀਂ। ਕਹਿੰਦੇ, ਫਿਰ ਇੱਥੇ ਕੁਝ ਵੀ ਨਾ ਪਾਲ। ਜਦ ਬੀਜਿਆ ਹੀ ਨਹੀਂ ਹੈ ਫਿਰ ਇੱਥੇ ਨਹੀਂ ਮਿਲਦਾ। ਇੱਥੇ ਤਾਂ ਉਹੀ ਚੀਜ਼ ਮਿਲਣੀ ਹੈ ਜਿਹੜੀ ਤੂੰ ਸੰਸਾਰ ਦੇ ਵਿੱਚ ਬੀਜੀ ਹੈ, ਸੈਂਕੜੇ ਗੁਨਾ ਹੋ ਕੇ ਫਲਣੀ ਹੈ। ਉਸ ਤੋਂ ਬਾਅਦ ਧਰਮਰਾਜ ਦੇ ਕੋਲ ਜਾਂਦੀ ਹੈ। ਧਰਮਰਾਜ ਕਹਿਣ ਲੱਗਿਆ, ਇਹ ਬੀਬੀ ਭਾਈ ਗਲਤ ਲੈ ਆਂਦੀ ਹੈ ਤੁਸੀਂ। ਇਹਦੇ ਪਿਛਲੇ ਪਾਸੇ ਜਿਹੜੀ ਗੁਆਂਢਣ ਹੈ ਉਹ ਲੈ ਕੇ ਆਉਣੀ ਸੀ। ਕਹਿਣ ਲੱਗੀ, ਮੈਨੂੰ ਛੱਡ ਗਏ, ਮੇਰੇ ਹੱਥ ਪੈਰ ਹਿੱਲਣ ਲੱਗ ਗਏ। ਕਹਿਣ ਲੱਗੇ, ਦੇਖੋ ਜਿਉਂਦੀ ਹੋ ਗਈ ਹੈ। ਖੁਸ਼ੀਆਂ ਹੋ ਗਈਆਂ ਕਿ ਜਿਉਂਦੀ ਹੋ ਗਈ ਹੈ। ਮੈਂ ਕਿਹਾ, ਮੈਨੂੰ ਤਾਂ ਛੱਡ ਗਏ ਨੇ। ਤੇ ਜਿਹੜਾ ਕੰਧ ਤੋਂ ਪਿਛਲੇ ਪਾਸੇ ਵਾਲਾ ਘਰ ਹੈ ਉਹ ਬੀਬੀ ਦਾ ਵੀ ਮੇਰੇ ਵਾਲਾ ਹੀ ਨਾਮ ਸੀ, ਉਹਨੂੰ ਲੈ ਗਏ ਨੇ। ਥੋੜੀ ਦੇਰ ਬਾਅਦ ਹੀ ਖਬਰ ਮਿਲ ਗਈ ਕਿ ਉਹ ਬੀਬੀ ਚੜ੍ਹਾਈ ਕਰ ਗਈ ਹੈ। ਕਹਿਣ ਲੱਗੀ, ਉਸ ਵੇਲੇ ਮੈਨੂੰ ਨਿਸ਼ਚਾ ਹੋ ਗਿਆ ਕਿ ਮੇਰੇ ਨਾਲ ਜਿਹੜੀ ਇਹ ਗੱਲਬਾਤ ਹੋਈ ਹੈ ਇਹ ਨਾ ਤਾਂ ਸੁਪਨਾ ਹੈ, ਨਾ ਬੇਹੋਸ਼ੀ ਦੀ ਗੱਲ ਹੈ, ਨਾ ਹੀ ਕੋਈ ਕਲਪਨਾ ਹੈ, ਇਹ ਤਾਂ ਬਿਲਕੁਲ ਸੱਚ ਹੈ। ਜਦੋਂ ਮੈਂ ਜਿਉਂਦੀ ਹੋ ਗਈ ਉਹ ਮਰ ਗਈ, ਇਸ ਤੋਂ ਅੱਗੇ ਕੀ ਸਬੂਤ ਹੋਵੇ? ਕਹਿਣ ਲੱਗੀ, ਭੈਣ ਜੀ ਉਸ ਦਿਨ ਤੋਂ ਮੈਂ ਗੁਰੂ ਘਰ ਨੂੰ ਅਨਾਜ ਲੈ ਕੇ ਆਉਂਦੀ ਹਾਂ, ਦਾਲ ਵੀ ਲੈ ਕੇ ਆਉਂਦੀ ਹਾਂ, ਮਿੱਠਾ ਵੀ ਲੈ ਕੇ ਆਉਂਦੀ ਹਾਂ ਤੇ ਮਿਰਚਾਂ ਵੀ ਲੈ ਕੇ ਆਉਂਦੀ ਹਾਂ, ਕਿਉਂਕਿ ਮਿਲਦਾ ਉੱਥੇ ਉਹੀ ਹੈ ਜਿਹੜਾ ਇੱਥੇ ਬੀਜ ਦਿੱਤਾ ਜਾਵੇ। ਬਿਨਾਂ ਬੀਜੇ ਉੱਥੇ ਕੁਝ ਨਹੀਂ ਮਿਲਦਾ। ਮਿਹਨਤ ਦਾ ਕੀਤਾ ਹੋਇਆ ਹੀ ਮਿਲਦਾ ਹੈ, ਦੂਜਾ ਨਹੀਂ ਮਿਲਿਆ ਕਰਦਾ। ਸੋ ਮਹਾਰਾਜ ਕਹਿੰਦੇ ਨੇ, ਜਦੋਂ ਇਸ ਰਸਤੇ ਤੇ ਜਾਂਦੇ ਨੇ ਨਾ, ਉਸ ਵੇਲੇ ਜੇ ਤਾਂ ਨਾਮ ਪੱਲੇ ਹੈ ਫਿਰ ਤਾਂ ਪਹੁੰਚ ਜਾਏਗਾ। ਇੱਕ ਵਾਹਿਗੁਰੂ ਦੇ ਨਾਮ ਤੋਂ ਬਗੈਰ ਚੀਜ਼ਾਂ ਕੋਈ ਵੀ ਨਾਲ ਨਹੀਂ ਜਾਂਦੀਆਂ। ਇਹਨਾਂ ਨੂੰ ਤਾਂ ਰਾਹ ਵਿੱਚ ਜਮਦੂਤ ਲੁੱਟ ਲੈਂਦੇ ਨੇ, ਕਿਉਂਕਿ ਐਸਾ ਲਿਖਿਆ ਹੋਇਆ ਹੈ ਕਿ ਜਦੋਂ ਇਹ ਜੀਵ ਜਾਂਦਾ ਹੈ ਉਸ ਵਿੱਚ ਜਿੱਥੇ ਤੱਕ ਧਰਮਰਾਜ ਦਾ ਅਸਥਾਨ ਹੈ
ਉਹਦੇ ਰਸਤੇ ਵਿੱਚ 11 ਭੁਰੀਆਂ ਆਉਂਦੀਆਂ ਨੇ। ਜਿਸ ਤਰ੍ਹਾਂ ਟੋਲ ਟੈਕਸ ਲੱਗਦਾ ਹੈ, ਇਸ ਤਰ੍ਹਾਂ ਇੱਕ ਭੁਰੀ ਤੋਂ ਦੂਸਰੀ ਵਿੱਚ ਜਾਣਾ ਹੈ ਤਾਂ ਟੈਕਸ ਲੱਗਦਾ ਹੈ, ਕਰਮ ਧਰਮ ਦੇਣੇ ਪੈਂਦੇ ਨੇ। ਫਿਰ ਮਹਾਰਾਜ ਕਹਿੰਦੇ ਹਨ, ਐਸਾ ਜਦ ਭਿਆਨਕ ਰਸਤਾ ਸਾਨੂੰ ਲੰਘਣਾ ਪੈਂਦਾ ਹੈ, ਉਸ ਵੇਲੇ ਜੀਵ ਤੜਫਦਾ ਹੈ। ਉਹ ਕਹਿੰਦੇ ਨੇ, ਕੋਈ ਪੁੰਨਦਾਨ ਕੀਤਾ ਹੈ ਤੂੰ? ਸੋਚਦਾ ਹੈ ਕਿ ਫਲਾਣਾ ਪੁੰਨ ਕਰਿਆ ਹੈ, ਉਹਦੇ ਬਦਲੇ ਜਿੰਨੀ ਦੂਰ ਤੱਕ ਚਾਨਣਾ ਮਿਲ ਜਾਏਗਾ ਓਨਾ ਅਸੀਂ ਕਰ ਦਿੰਦੇ ਹਾਂ। ਕਈ ਪ੍ਰੇਮੀਆਂ ਨੂੰ ਇਹ ਖਿਆਲ ਹੁੰਦਾ ਹੈ ਕਿ ਇਹ ਜੋ ਪਰਲੋਕ ਦੇ ਬਚਨ ਕੀਤੇ ਜਾਂਦੇ ਨੇ, ਇਹ ਹੁੰਦਾ ਵੀ ਹੈ ਕਿ ਐਵੇਂ ਹੀ ਸਾਨੂੰ ਡਰਾਉਣ ਵਾਸਤੇ ਸਾਧੂ ਮਹਾਂਪੁਰਖਾਂ ਨੇ ਕਿਹਾ ਹੈ। ਪਹਿਲੀ ਗੱਲ ਤਾਂ ਇਹ ਕਿ ਗੁਰਬਾਣੀ ਦੇ ਅੰਦਰ ਕੋਈ ਵੀ ਐਸੀ ਗੱਲ ਨਹੀਂ ਹੈ ਜਿਹੜੀ ਨਾ ਹੁੰਦੀ ਹੋਵੇ ਤਾਂ ਗੁਰੂ ਮਹਾਰਾਜ ਨੇ ਲਿਖ ਦਿੱਤੀ ਹੋਵੇ। ਦੂਜਾ ਇਹ ਹੈ ਕਿ ਗੁਰਬਾਣੀ ਜੋ ਹੈ ਉਹ ਅਕਾਲ ਪੁਰਖ ਵੱਲੋਂ ਆਈ ਹੈ। ਸੋ ਮਹਾਰਾਜ ਆਪ ਦੱਸ ਰਹੇ ਨੇ ਕਿ ਇਹੋ ਜਿਹੇ ਰਸਤਿਆਂ ਨਾਲ ਤੇਰਾ ਵਾਹ ਪੈਣਾ ਹੈ। ਸਾਧੂਆਂ ਸੰਤਾਂ ਦੇ ਬਚਨ ਸੁਣ ਕੇ ਤੂੰ ਆਪਣਾ ਪਰਲੋਕ ਸਵਾਰ ਲੈ, ਨਹੀਂ ਤਾਂ ਬਹੁਤ ਔਖਾ ਹੋ ਜਾਵੇਗਾ ਤੂੰ। ਸਾਧ ਸੰਗਤ ਜੀ, ਮਹਾਂਪੁਰਖਾਂ ਦੇ ਜੀਵਨ ਇਤਿਹਾਸ ਵਿੱਚੋਂ ਹੋਰ ਇਹੋ ਜਿਹੀਆਂ ਸਾਖੀਆਂ, ਕਥਾਵਾਂ, ਵਿਚਾਰ, ਬਚਨ ਸੁਣਨ ਵਾਸਤੇ ਜੋ ਕਿ ਸਾਨੂੰ ਵੀ ਉਪਦੇਸ਼ ਦਿੰਦੀਆਂ ਹਨ, ਸਾਡੇ ਜੀਵਨ ਨੂੰ ਵੀ ਰਾਹ ਦਿਖਾਉਂਦੀਆਂ ਹਨ। ਤੁਸੀਂ ਸਾਡਾ ਚੈਨਲ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਆਪਣੀ ਸਲਾਹ ਵੀ ਜ਼ਰੂਰ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।